तिलंग महला चौथा। हर किया कथा कहानियाँ गुरमीत सुनाइया। बलहारी गुर अपने गुर का बल जाइया। हर किया कथा कहानियाँ गुरमीत सुनाइया। बलिहारी गुर अपने गुर का बल जाइया। आए मेल गुर सिख आए मेल तू मेरे गुरु के प्यारे। आए मेल गुर सिख आए मेल तू मेरे गुरु के प्यारे। रहाओ। वाहिगुरु जी का खालसा वाहिगुरु जी की फतेह। परम सन्मानयोग जुगो जुग अटल दीन दुनिया दे मालिक जगत जलंदे दे रख्यक ज्ञान दे सागर ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਆਜੂਰੀ ਵਿਖੇ ਸੁਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਵਡਭਾਗੇ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਸਤਿਗੁਰਾਂ ਦੇ ਪਾਵਨ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾਢਾਲ ਵਿਖੇ ਤਥਾ PTC ਦੇ ਰਾਹੀਂ ਘਰਾਂ ਵਿੱਚ ਵਿਦੇਸ਼ਾਂ ਵਿੱਚ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਅੰਮ੍ਰਿਤਸਰ ਦੇ ਬਾਨੀ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਜੀ ਨੇ ਇਸ ਪਾਵਨ ਮੁਖਵਾਕ ਦੇ ਅੰਦਰ ਪਰਮੇਸ਼ਰ ਦੀ ਸਿਫਤ ਸਲਾਹ ਉਹਦੀਆਂ ਵਡਿਆਈਆਂ ਦਾ ਵਰਣਨ ਕੀਤਾ ਹੈ ਅਤੇ ਨਾਲ ਇਹ ਪਿਆਰੇ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਆਵਾਜ਼ਾਂ ਦਿੱਤਾ ਹੈ ਕਿ ਆਓ
ਮਿਲ ਕਰਕੇ ਉਸ ਮਾਲਕ ਦੀ ਸਿਫਤ ਸਲਾਹ ਕਰੀਏ ਜੋ ਆਪਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਵਾਹਿਗੁਰੂ ਦੀਆਂ ਕਥਾਵਾਂ, ਉਹਦੀਆਂ ਕਹਾਣੀਆਂ ਬਖਸ਼ਿਸ਼ ਕੀਤੀਆਂ ਨੇ, ਉਹਨਾਂ ਦੀ ਵਿਚਾਰ ਕਰੀਏ। ਕਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵੀ ਸਿੱਖਾਂ ਨੂੰ ਆਵਾਜ਼ ਦਿੱਤੀ ਸੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੀ ਗੁਰਸਿੱਖਾਂ ਨੂੰ ਆਵਾਜ਼ ਦਿੰਦੇ ਨੇ, ਆਓ ਮਿਲ ਕਰਕੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ। ਸੰਗਤ ਜੀ, ਹੁਕਮਨਾਮੇ ਦੇ 22 ਬੰਦ ਨੇ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ। ਰਾਗ ਤਲੰਗ ਵਿੱਚ ਸਤਿਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 725 ਤੇ 26 ਤੇ ਸੁਭਾਇਮਾਨ ਹੈ। ਸੰਗਤ ਜੀ, ਕਈ ਮਤਾਂ ਵਿੱਚ ਤਿਲੰਗ ਨੂੰ ਰਾਗਣੀ ਦਾ ਵੀ ਦਰਜਾ ਦਿੱਤਾ ਗਿਆ ਹੈ ਔਰ ਰਾਗਮਾਲਾ ਦੇ ਵਿੱਚ ਵੀ ਤਿਲੰਗੀ ਸ਼ਬਦ ਵਰਤਿਆ ਗਿਆ ਹੈ। ਸਤਿਗੁਰਾਂ ਨੇ ਰਾਗ ਤਲੰਗ ਉਚਾਰਨ ਕੀਤਾ ਹੈ ਔਰ ਇਹ ਤਲੰਗ ਰਾਗ ਜਿਹੜੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹਦੇ ਗਾਇਨ ਕਰਨ ਦਾ ਸਮਾਂ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਹਰ ਕੀਆ ਕਥਾ ਕਹਾਣੀਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਗੁਰਸਿੱਖੋ, ਮੈਨੂੰ ਆ ਕੇ ਮਿਲੋ, ਮੈਨੂੰ ਆ ਕੇ ਮਿਲੋ ਤੇ ਆਪਾਂ ਉਸ ਪਿਆਰੇ ਦੀਆਂ ਵਿਚਾਰਾਂ ਕਰੀਏ। ਵਿਚਾਰਾਂ ਕੀ ਨੇ? ਹਰ ਕੀਆਂ ਕਥਾ ਕਹਾਣੀਆਂ, ਪਰਮੇਸ਼ਰ ਦੀਆਂ ਕਥਾਵਾਂ ਜਿਹੜੀਆਂ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰਵਾਉਣ ਵਾਲੀਆਂ ਕਥਾਵਾਂ ਹਨ ਅਤੇ ਜੋ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਪਰਮੇਸ਼ਰ ਸਰਗੁਣ ਸਰੂਪ ਵਿੱਚ ਆ ਕੇ
ਮਾਤ ਲੋਕ ਵਿੱਚ ਵਿਚਰ ਕੇ ਜਿਹੜੇ ਉਹਨਾਂ ਨੇ ਕੌਤਕ ਕੀਤੇ, ਉਹ ਕਹਾਣੀਆਂ, ਉਹ ਸਾਖੀਆਂ ਜਿਹੜੀਆਂ ਨੇ ਆਪਾਂ ਮਿਲ ਕੇ ਸਾਂਝੀਆਂ ਕਰੀਏ, ਜਿਹੜੀਆਂ ਗੁਰੂ ਨੇ ਆਪਾਂ ਨੂੰ ਬਖਸ਼ਿਸ਼ ਕੀਤੀਆਂ ਹਨ। ਸੰਗਤ ਜੀ, ਕਥਾ ਵੈਦਿਕ ਹੁੰਦੀ ਹੈ ਤੇ ਕਹਾਣੀਆਂ ਜਿਹੜੀਆਂ ਨੇ ਇਹ ਅਲੌਕਿਕ ਹੁੰਦੀਆਂ ਨੇ। ਕਈ ਕਹਾਣੀਆਂ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ, ਔਰ ਸਿੱਖ ਧਰਮ ਦੇ ਅੰਦਰ ਅਸੀਂ ਇਹਨਾਂ ਕਹਾਣੀਆਂ ਨੂੰ ਇਤਿਹਾਸ ਦਾ ਨਾਮ ਦਿੱਤਾ ਹੈ। ਜਿਹੜੇ ਸਾਡੇ ਵਿਦਵਾਨਾਂ ਨੇ ਇਤਿਹਾਸ ਲਿਖਿਆ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਰ ਕੀਆਂ ਕਥਾ ਕਹਾਣੀਆਂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਵਾਉਣ ਵਾਲੀਆਂ ਕਥਾਵਾਂ ਅਤੇ ਸਰਗੁਣ ਸਰੂਪ ਵਿੱਚ ਵਿਚਰ ਕੇ ਜੋ ਉਹਨਾਂ ਨੇ ਕੌਤਕ ਕੀਤੇ, ਉਹ ਕਹਾਣੀਆਂ ਗੁਰਮੀਤ ਸੁਨਾਈਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਡੇ ਗੁਰੂ ਮਿੱਤਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੁਣਾਉਣਾ ਕੀਤੀਆਂ। ਬਲਿਹਾਰੀ ਗੁਰ ਆਪਣੇ। ਹਜ਼ੂਰ ਕਹਿੰਦੇ, ਮੈਂ ਆਪਣੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਬਲਿਹਾਰ ਜਾਂਦਾ। ਗੁਰ ਕਉ ਬਲ ਜਾਈਆ। ਫਿਰ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਤੋਂ ਮੈਂ ਬਲਿਹਾਰ ਕੁਰਬਾਨ ਵਾਰਨੇ ਫੇਰਨੇ ਜਾਂਦਾ। ਆਏ ਮੇਲ ਗੁਰ ਸਿੱਖ ਆਏ ਮੇਲ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਗੁਰਸਿੱਖੋ, ਆਏ ਮਿਲ, ਮੈਨੂੰ ਆ ਕੇ ਮਿਲਣਾ ਕਰ, ਮੈਨੂੰ ਆ ਕੇ ਮਿਲਣਾ ਕਰ। ਤੂੰ ਮੇਰੇ ਗੁਰੂ ਕੇ ਪਿਆਰੇ। ਸਤਿਗੁਰੂ ਜੀ ਕਹਿੰਦੇ ਨੇ, ਐ ਗੁਰਸਿੱਖਾ, ਤੂੰ ਮੇਰੇ ਗੁਰੂ ਦਾ ਪਿਆਰਾ ਗੁਰਸਿੱਖ ਹੈ। ਸੰਗਤ ਜੀ, ਜਿਨ੍ਹਾਂ ਨੂੰ ਗੁਰੂ ਪਿਆਰ ਕਰਦਾ ਹੈ ਨਾ, ਉਹ ਪਿਆਰੇ ਗੁਰਸਿੱਖ ਬਣਦੇ ਨੇ। ਉਹਨਾਂ ਦੀ ਗਿਣਤੀ ਇਤਿਹਾਸ ਨੇ ਕੀਤੀ ਹੈ। ਜਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਪਾਰੋ ਜੀ, ਇਸ ਤਰ੍ਹਾਂ ਹੋਰ ਵੀ ਅਨੇਕਾਂ ਹੀ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਸਤਿਗੁਰੂ ਜੀ ਪਿਆਰ ਕਰਿਆ ਕਰਦੇ ਸਨ। ਤੇ ਗੁਰੂ ਕੇ ਸਿੱਖ ਗੁਰੂ ਨੂੰ ਪਿਆਰ ਕਰਦੇ ਸਨ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਧੰਨ ਗੁਰੂ ਪਿਆਰੇ। ਗੁਰੂ ਵੀ ਧੰਨਤਾ ਦੇ ਯੋਗ ਹੈ ਤੇ ਗੁਰੂ ਦੇ ਪਿਆਰੇ ਵੀ ਧੰਨਤਾ ਦੇ ਯੋਗ ਹਨ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐ ਮੇਰੇ ਗੁਰੂ ਦੇ ਪਿਆਰੇ ਗੁਰਸਿੱਖੋ, ਆਓ ਮਿਲ ਕਰਕੇ ਵਾਹਿਗੁਰੂ ਦੀਆਂ ਕਹਾਣੀਆਂ ਕਥਾਵਾਂ ਵਿਚਾਰੀਏ, ਉਹਦੀ ਸਿਫਤ ਸਲਾਹ ਕਰੀਏ। ਰਹਾਉ ਵਿਸਰਾਮ ਦੇ ਕੇ ਹਜ਼ੂਰ ਪਰਮਾਉਂਦੇ ਨੇ। ਹਰ ਕੇ ਗੁਣ ਹਰ ਭਾਵੰਦੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਪਰਮੇਸ਼ਰ ਦੇ ਗੁਣ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ। ਜਿਹੜਾ ਵਾਹਿਗੁਰੂ ਦੇ ਗੁਣਾਂ ਨੂੰ ਧਾਰਨ ਕਰਦਾ ਹੈ, ਸੰਗਤ ਜੀ, ਉਹਦੇ ਗੁਣਾਂ ਦੀ ਉਪਮਾ ਕਰਦਾ ਹੈ। ਉਹਦੇ ਗੁਣ ਹੀ ਵਾਹਿਗੁਰੂ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਹਰ ਕੇ ਗੁਣ ਹਰ ਭਾਵੰਦੇ।
ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਉਹਦੇ ਪਰਉਪਕਾਰ ਹੀ ਉਹਨੂੰ ਪਾਉਂਦੇ ਚੰਗੇ ਲੱਗਦੇ ਨੇ। ਸੇ ਗੁਰੂ ਤੇ ਪਾਏ ਪਰ ਉਹ ਸਤ ਸੰਤੋਖ ਦਇਆ ਧਰਮ ਇਤਿਆਦਿਕ ਜਿਹੜੇ ਸ਼ੁਭ ਗੁਣ ਨੇ ਨਾ, ਜਿਹੜੇ ਪਰਮੇਸ਼ਰ ਨੂੰ ਭਾਉਂਦੇ ਨੇ ਚੰਗੇ ਲੱਗਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਉਹ ਗੁਣ ਗੁਰੂ ਤੋਂ ਪ੍ਰਾਪਤ ਹੁੰਦੇ ਹਨ। ਜਿਨ ਗੁਰ ਕਾ ਭਾਣਾ ਮੰਨਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦਾ ਭਾਣਾ ਗੁਰੂ ਦਾ ਹੁਕਮ ਮੰਨਿਆ, ਤਿਨ ਘੁੰਮ ਘੁੰਮ ਜਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਅਸੀਂ ਉਹਨਾਂ ਤੋਂ ਘੁੰਮ ਘੁੰਮ ਵਾਰ ਵਾਰ ਸੋ ਫੇਰ ਫੇਰ ਉਹਨਾਂ ਦੀਆਂ ਪਰਿਕਰਮਾ ਕਰਦੇ ਜਾਂਦੇ ਹਾਂ, ਉਹਨਾਂ ਦੀਆਂ ਪਰਿਕਰਮਾ ਕਰਦੇ ਹਾਂ ਜਿਹੜੇ ਗੁਰੂ ਦਾ ਹੁਕਮ ਮੰਨਦੇ ਨੇ। ਸੰਗਤ ਜੀ, ਜੇ ਗੁਰੂ ਨੇ ਹੁਕਮ ਕੀਤਾ ਵੀ ਸਾਨੂੰ ਸਿਰ ਦੀ ਲੋੜ ਹੈ, ਤੇ ਗੁਰੂ ਕੇ ਸਿੱਖਾਂ ਨੇ ਝਿਜਕ ਨਹੀਂ ਕੀਤੀ। ਉਸੇ ਵੇਲੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਮਹਾਰਾਜ ਜੇ ਰੀਝੈ ਸਿਰ ਲੀਤਿਆ ਤੇ ਫਿਰ ਵੀ ਇਹ ਸੌਦਾ ਜਿਹੜਾ ਨਾ ਸਸਤਾ ਹੈ ਮਹਾਰਾਜ। ਜੇ ਤੁਸੀਂ ਸਿਰ ਲੈ ਕੇ ਖੁਸ਼ ਹੁੰਦੇ ਹੋ, ਪ੍ਰਸੰਨ ਹੁੰਦੇ ਹੋ, ਤਨ ਗੰਦਗੀ ਦੀ ਕੋਟੜੀ ਹਰ ਹੀਰਿਆਂ ਕੀ ਆਣ, ਜੇ ਰੀਝੈ ਸਿਰ ਲੀਤਿਆ ਤਾਂ ਵੀ ਸਸਤਾ ਜਾਣ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਜਿਨ੍ਹਾਂ ਨੇ ਹੁਕਮ ਮੰਨਿਆ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੋਏ ਨੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਉਹਨਾਂ ਨੂੰ ਮਾਲਕ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਗੁਰੂ ਦਾ ਹੁਕਮ ਮੰਨਦੇ ਨੇ। ਸੰਗਤ ਜੀ, ਗੁਰੂ ਦੇ ਹੁਕਮ ਵਿੱਚ, ਉਹਦੇ ਪਹਾੜੇ ਵਿੱਚ, ਉਹਦੀ ਰਜਾ ਵਿੱਚ ਚੱਲਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਵੀ ਉਹਨਾਂ ਤੋਂ ਘੁੰਮ ਘੁੰਮ ਵਾਰ ਨੇ ਫੇਰ ਨੇ ਅਥਵਾ ਘੁੰਮ ਘੁੰਮ ਫੇਰ ਫੇਰ ਕੇ ਉਹਨਾਂ ਦੀਆਂ ਪਰਿਕਰਮਾ ਕਰਦੇ ਆ। ਜਿਨ ਸਰਗੁਰ ਪਿਆਰਾ ਦੇਖਿਆ। ਇਹ ਭਾਈ ਜਿਨ੍ਹਾਂ ਨੇ ਪਿਆਰਾ ਸਤਿਗੁਰੂ ਦੇਖਿਆ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ, ਤਿਨ ਕਉ ਹਉ ਵਾਰੀ। ਮੈਂ ਉਹਨਾਂ ਤੋਂ ਵੀ ਵਾਰ ਨੇ ਫੇਰਨੇ ਜਾਂਦਾ ਆ। ਜਿਨ੍ਹਾਂ ਨੇ ਪਿਆਰੇ ਧੰਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਤੇ ਹਜ਼ੂਰ ਕਹਿੰਦੇ ਜਿਨ੍ਹਾਂ ਨੇ ਅੱਜ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ, ਮੈਂ ਉਹਨਾਂ ਤੋਂ ਵਾਰ ਨੇ ਫੇਰਨੇ ਜਾਂਦਾ ਹਾਂ। ਜਿਨ ਗੁਰ ਕੀ ਕੀਤੀ ਚਾਕਰੀ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਗੁਰੂ ਦੀ ਚਾਹ ਕਰਕੇ ਭਗਤੀ ਰੂਪੀ ਚਾਕਰੀ ਸੇਵਾ ਕੀਤੀ, ਤਿਨ ਸਦ ਬਲਿਹਾਰੀ। ਹਜ਼ੂਰ ਕਹਿੰਦੇ ਮੈਂ ਉਹਨਾਂ ਤੋਂ ਸਦੀਵ ਕਾਲ ਬਲਿਹਾਰ ਜਾਂਦਾ ਹਾਂ। ਸੰਗਤ ਜੀ, ਇੱਕ ਹੁੰਦੀ ਹੈ ਨੌਕਰੀ, ਇੱਕ ਹੁੰਦੀ ਹੈ ਚਾਕਰੀ। ਚਾਕਰੀ ਚਾਅ ਨਾਲ ਕੀਤੀ ਜਾਂਦੀ ਹੈ। ਜਦੋਂ ਬੰਦਾ ਚਾਕਰੀ ਕਰਦਾ ਹੈ ਨਾ ਤੇ ਭੱਜ ਭੱਜ ਕੇ ਸੇਵਾ ਕਰਦਾ ਹੈ। ਜੋ ਵੀ ਗੁਰੂ ਸਾਹਿਬ ਜੀ ਹੁਕਮ ਕਰਦੇ ਨੇ, ਇਸ਼ਾਰਾ ਕਰਦੇ ਨੇ, ਸਿੱਖ ਭੱਜ ਭੱਜ ਕੇ ਉਹ ਸੇਵਾ ਨਿਭਾਉਂਦਾ ਹੈ। ਤੇ ਜਿਹੜੀ ਨੌਕਰੀ ਹੁੰਦੀ ਹੈ ਇਹ ਨਖਿੱਧ ਹੁੰਦੀ ਹੈ। ਭਾਵ ਬੱਧੋ ਰੁੱਧੀ ਸੇਵਾ ਕਰਨੀ, ਨੌਕਰੀ ਕਰਨੀ, ਜੀ ਨਾ ਕਰਨਾ ਵੀ ਮੈਂ ਡਿਊਟੀ ਤੇ ਜਾਵਾਂ,
ਪਰ ਇਹ ਜੀ ਕਰਨਾ ਵੀ ਮਹੀਨੇ ਪਿੱਛੋਂ ਤਨਖਾਹ ਜ਼ਰੂਰ ਮਿਲ ਜਾਵੇ। ਅੱਜ ਵੀ ਕਈ ਐਸੇ ਹੈਗੇ ਨੇ ਸੰਗਤ ਜੀ, ਡਿਊਟੀ ਘੱਟ ਕਰਦੇ ਨੇ, ਤਨਖਾਹ ਸਭ ਤੋਂ ਵੱਧ ਲੈਂਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਚਾਕਰੀ ਕੀਤੀ ਹੈ, ਚਾਅ ਨਾਲ ਸੇਵਾ ਕੀਤੀ ਹੈ, ਚਾਅ ਨਾਲ ਭਗਤੀ ਕੀਤੀ ਹੈ, ਮੈਂ ਉਹਨਾਂ ਤੋਂ ਸਦੀਵ ਕਾਲ ਬਲਿਹਾਰ ਜਾਂਦਾ। ਹਰ ਹਰ ਤੇਰਾ ਨਾਮ ਹੈ। ਸੱਚੇ ਪਾਤਸ਼ਾਹ ਜੀ ਵਾਹਿਗੁਰੂ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਹੇ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਜੀ, ਤੁਹਾਡਾ ਨਾਮ ਦੁੱਖ ਮੇਟਣ ਹਾਰਾ। ਸੱਚੇ ਪਾਤਸ਼ਾਹ ਜੀ ਸਾਰੇ ਦੁੱਖਾਂ ਨੂੰ ਮੇਟਣ ਵਾਲਾ ਆਪ ਜੀ ਦਾ ਨਾਮ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਹਰ ਹਰ ਔਕਤ ਜੋ ਜਨ ਖਾਏ, ਤਾਕਾ ਰੋਗ ਸਗਲ ਮਿਟ ਜਾਏ। ਜਿਹੜੇ ਭਾਈ ਨਾਮ ਦੀ ਦਵਾਈ ਲੈਂਦੇ ਨੇ ਨਾ, ਉਹਨਾਂ ਦੇ ਸਾਰੇ ਰੋਗ, ਉਹਨਾਂ ਦੇ ਸਾਰੇ ਦੁੱਖ ਜਿਹੜੇ ਨੇ ਉਹ ਮਿਟ ਜਾਂਦੇ ਨੇ। ਹਰੀ ਦਾ ਨਾਮ, ਪਰਮੇਸ਼ਰ ਦਾ ਨਾਮ ਸਭ ਤੋਂ ਉੱਤਮ ਔਖਦੀ ਹੈ, ਉੱਤਮ ਦਵਾਈ ਹੈ ਸੰਗਤ ਜੀ। ਜਦੋਂ ਵੈਦ ਸੁਜਾਨ ਸਿੰਘ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਪਹੁੰਚਿਆ, ਸਤਿਗੁਰਾਂ ਨੇ ਹੁਕਮ ਕੀਤਾ, ਜਾਓ ਚਲੇ ਜਾਓ। ਇਹ ਨਹੀਂ ਦੱਸਿਆ ਵੀ ਕਿੱਥੇ ਜਾਣਾ ਹੈ, ਕਿਹੜੇ ਪਿੰਡ ਵਿੱਚ ਜਾਣਾ ਹੈ, ਕਿਹੜੀ ਜਗ੍ਹਾ ਤੇ ਜਾਣਾ ਹੈ। ਹੁਕਮ ਮੰਨ ਕੇ ਵੈਦ ਸੁਜਾਨ ਸਿੰਘ ਜੀ ਜਿਉਂ ਦੌੜੇ। ਸੰਗਤ ਜੀ, ਇੱਕ ਨਗਰ ਦੇ ਕੋਲ ਜਾ ਕਰਕੇ ਉਹਨਾਂ ਨੂੰ ਠੇਡਾ ਲੱਗਾ ਤੇ ਉਹਨਾਂ ਨੇ ਵਿਚਾਰਿਆ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੈਨੂੰ ਇਸੇ ਪਿੰਡ ਹੀ ਭੇਜਿਆ ਹੈ। ਉੱਥੇ ਛੰਨ ਤਿਆਰ ਕਰਕੇ ਦਵਾਈ ਬੂਟੀ ਕਰਨ ਲੱਗ ਪਏ। ਤੇ ਹੁਣ ਜਦੋਂ ਮਰੀਜ਼ ਆਉਂਦਾ ਹੈ ਨਾ, ਤੇ ਉਹਨੂੰ ਦਵਾਈ ਵੀ ਦਿੰਦੇ ਨੇ ਤੇ ਨਾਲ ਉਹਨੂੰ ਕਹਿੰਦੇ ਵੀ ਖਾਣ ਤੋਂ ਪਹਿਲਾਂ ਨਾ 5 ਵਾਰੀ ਵਾਹਿਗੁਰੂ ਦਾ ਨਾਮ ਲੈਣਾ ਹੈ, 5 ਵਾਰੀ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਫਿਰ ਇਹ ਦਵਾਈ ਤੈਨੂੰ ਕਾਟ ਕਰੇਗੀ। ਸੰਗਤ ਜੀ, ਦਵਾਈ ਦੇ ਨਾਲ ਵਾਹਿਗੁਰੂ ਦਾ ਨਾਮ ਜਿਹੜਾ ਇਹ ਉੱਤਮ ਹੈ, ਸਾਰੇ ਦੁੱਖਾਂ ਨੂੰ, ਸਾਰੇ ਰੋਗਾਂ ਨੂੰ ਮੇਟਣ ਵਾਲਾ ਹੈ। ਵੈਸੇ ਤਾਂ ਸਤਿਗੁਰਾਂ ਨੇ ਗੁਰਬਾਣੀ ਵਿੱਚ 4 ਦੁੱਖ ਮੰਨੇ ਨੇ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ 4 ਪ੍ਰਕਾਰ ਦੇ ਦੁੱਖ ਜਿਹੜੇ ਨੇ ਨਾ, ਵਾਹਿਗੁਰੂ ਦੇ ਨਾਮ ਨਾਲ ਭਾਈ ਮਿਟ ਜਾਂਦੇ ਹਨ। ਗੁਰ ਸੇਵਾ ਤੇ ਪਾਈਐ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਗੁਰੂ ਦੀ ਸੇਵਾ ਕਰਕੇ, ਗੁਰੂ ਦੀ ਭਗਤੀ ਕਰਕੇ ਹੀ ਵਾਹਿਗੁਰੂ ਨੂੰ ਪਾਈਏ ਪ੍ਰਾਪਤ ਕਰੀਦਾ। ਗੁਰਮੁਖ ਨਿਸਤਾਰਾ। ਔਰ ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰਕੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ, ਉਹਨਾਂ ਗੁਰਮੁਖਾਂ ਦਾ ਭਾਈ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਗਿਆ। ਜੋ ਹਰ ਨਾਮ ਧਿਆਇਂਦੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਹੜੇ ਵਾਹਿਗੁਰੂ ਦਾ ਨਾਮ ਧਿਆਉਂਦੇ ਨੇ, ਤੇ ਜਨ ਪਰਵਾਨਾ। ਉਹ ਜਨ, ਉਹ ਸੇਵਕ, ਉਹ ਗੁਰਸਿੱਖ ਵਾਹਿਗੁਰੂ ਦੇ ਦਰ ਪਰਮਾਨੀਕ ਹੋ ਜਾਂਦੇ ਨੇ। ਤਿਨ ਵਿਟਹੁ ਨਾਨਕ ਵਾਰਿਆ। ਹਜ਼ੂਰ ਕਹਿੰਦੇ, ਮੈਂ ਉਹਨਾਂ ਤੋਂ ਸੋ
ਵਾਰਨੇ ਫੇਰਨੇ ਜਾਂਦਾ ਸਦਾ ਸਦਾ ਕੁਰਬਾਨਾ ਅਤੇ ਸਦਾ ਸਦਾ ਸਦੀਵ ਕਾਲ ਹਮੇਸ਼ਾ ਹਮੇਸ਼ਾ ਹੀ ਉਹਨਾਂ ਤੋਂ ਕੁਰਬਾਨ ਜਾਂਦਾ ਸਾਹਰ ਤੇਰੀ ਉਸਤਤ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾ ਉਹ ਤੇਰੀ ਉਸਤਤ ਉਪਮਾ ਜੋ ਹਰ ਪ੍ਰਭ ਭਾਵੈ ਜਿਹੜੀ ਹਰ ਪਰਮੇਸ਼ਰ ਜੀ ਆਪ ਜੀ ਨੂੰ ਭਾ ਜਾਵੇ ਚੰਗੀ ਲੱਗੇ ਉਹ ਆਪ ਜੀ ਦੀ ਉਪਮਾ ਆਪ ਜੀ ਦੀ ਵਡਿਆਈ ਹੈ ਜੋ ਗੁਰਮੁਖ ਪਿਆਰਾ ਸੇ ਮੰਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਨੂੰ ਚੇਤੇ ਕਰਦੇ ਨੇ ਤਿਨ ਹਰ ਫਲ ਪਾਵੈ ਉਹਨਾਂ ਨੂੰ ਹਰੀ ਪਰਮੇਸ਼ਰ ਵੱਲੋਂ ਗਿਆਨ ਰੂਪੀ ਭਗਤੀ ਰੂਪੀ ਫਲ ਜਿਹੜਾ ਉਹ ਪ੍ਰਾਪਤ ਹੁੰਦਾ ਜਿਨਾ ਹਰ ਸੇਤੀ ਪਿਰਹਾੜੀ ਇਹ ਭਾਈ ਜਿਨ੍ਹਾਂ ਦੀ ਪ੍ਰੀਤ ਹਰੀ ਵਾਹਿਗੁਰੂ ਦੇ ਨਾਲ ਤਿਨਾ ਜੀ ਪ੍ਰਭ ਨਾਲੇ ਸੱਚੇ ਪਾਤਸ਼ਾਹ ਜੀ ਕਹਿੰਦੇ ਤਿੰਨਾ ਜੀ ਪ੍ਰਭ ਨਾਲੇ ਪ੍ਰਭੂ ਪਰਮੇਸ਼ਰ ਭਾਈ ਉਹਨਾਂ ਨੂੰ ਆਪਣੇ ਜੀ ਨਾਲ ਸੰਭਾਲਦਾ ਹੈ ਆਪਣੇ ਕੰਠ ਨਾਲ ਲਾ ਕੇ ਰੱਖਦਾ ਹੈ ਜਿਨ੍ਹਾਂ ਦੀ ਵਾਹਿਗੁਰੂ ਨਾਲ ਪ੍ਰੀਤ ਹੈ ਜਿਹੜੇ ਅੱਟੇ ਪੈਰ ਉਹਨੂੰ ਚੇਤੇ ਕਰਦੇ ਨੇ ਉਹਦੇ ਨਾਲ ਹੀ ਪ੍ਰੀਤ ਕਰਦੇ ਨੇ ਉਹਨਾਂ ਨੂੰ ਪਰਮੇਸ਼ਰ ਆਪਣੇ ਗਲੇ ਲਾ ਕੇ ਰੱਖਦਾ ਹੈ ਅਥਵਾ ਪ੍ਰਭੂ ਉਹਨਾਂ ਦੇ ਜੀ ਨਾਲ ਹੀ ਰਹਿੰਦਾ ਹੈ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ ਕਦੇ ਵੀ ਉਹਨਾਂ ਤੋਂ ਦੂਰ ਨਹੀਂ ਜਾਂਦਾ ਓਏ ਜਪ ਜਪ ਪਿਆਰਾ ਜੀਵਨ ਦੇ ਉਹ ਪਿਆਰੇ ਵਾਹਿਗੁਰੂ ਨੂੰ ਰਸਨਾ ਨਾਲ ਜਪ ਜਪ ਕੇ ਜੀਉਂਦੇ ਹਨ ਹਰ ਨਾਮ ਸੰਭਾਲੇ ਅਤੇ ਮਨ ਕਰਕੇ ਹਰੀ ਦੇ ਨਾਮ ਨੂੰ ਚੇਤੇ ਕਰਦੇ ਹਨ ਜਨ ਗੁਰਮੁਖ ਪਿਆਰਾ ਸੇਵਿਆ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਸੋ ਗੁਰੂ ਵੱਲ ਮੁਖ ਕਰਕੇ ਪਿਆਰੇ ਨੂੰ ਸੇਵਿਆ ਯਾਦ ਕੀਤਾ ਤਿਨ ਕਉ ਘੁੰਮ ਜਾਇਆ ਹਜੂਰ ਕਹਿੰਦੇ ਮੈਂ ਉਹਨਾਂ ਤੋਂ ਘੁੰਮ ਜਾਇਆ ਵਾਰਨੇ ਫੇਰਨੇ ਜਾਂਦਾ ਹਾਂ ਭਾਵ ਘੁੰਮ ਦਾ ਅਰਥ ਹੁੰਦਾ ਹੈ ਘੁੰਮਣਾ ਸੰਗਤ ਜੀ ਉਹਨਾਂ ਦੀਆਂ ਪਰਿਕਰਮਾ ਕਰਦਾ ਓਏ ਆਪ ਛੁੱਟੇ ਪਰਿਵਾਰ ਸਿਓ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਆਪ ਆਪਣੇ ਪਰਿਵਾਰ ਦੇ ਸਹਿਤ ਵਿਕਾਰਾਂ ਤੋਂ ਦੁਨਿਆਵੀ ਬੰਧਨਾਂ ਤੋਂ ਜਮਾ ਆਦਿਕ ਦੇ ਬੰਧਨਾਂ ਤੋਂ ਛੁੱਟ ਗਏ ਸਭ ਜਗਤ ਛਡਾਇਆ ਤੇ ਉਹਨਾਂ ਨੇ ਸਾਰੇ ਜਗਤ ਦੇ ਜੀਵਾਂ ਨੂੰ ਵੀ ਛਡਾਉਣਾ ਕੀਤਾ ਹੈ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਣ ਸਰਿੱਠਾ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਜਿਹੜੇ ਆਪ ਸੰਸਾਰ ਸਮੁੰਦਰ ਤੋਂ ਤਰ ਗਏ ਅਤੇ ਸ੍ਰਿਸ਼ਟੀ ਨੂੰ ਵੀ ਤਾਰਦੇ ਨੇ ਜਿਵੇਂ ਭਾਈ ਮੰਝ ਨੂੰ ਹਜੂਰ ਨੇ ਕਿਹਾ ਸੀ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ ਜਿਵੇਂ ਭਾਈ ਗੁਰਦਾਸ ਜੀ ਨੇ ਰਾਜੇ ਜਨਕ ਬਾਰੇ ਜ਼ਿਕਰ ਕੀਤਾ ਹੈ ਕਿ ਰਾਜੇ ਜਨਕ ਨੇ ਸੰਗਤ ਜੀ ਇੱਕ ਘੜੀ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਇੱਕ ਘੜੀ ਸਿਮਰਨ ਦੇ ਬਦਲੇ 18 ਨਰਕ ਜਿਹੜੇ ਸੀ ਉਹ ਖਾਲੀ ਕਰਵਾ ਦਿੱਤੇ ਉਹ ਧਰਮ ਰਾਜੇ ਦੇ ਕੋਲੋਂ ਸਾਰੇ ਛਡਾ ਦਿੱਤੇ ਸਨ ਜਿਹੜੇ ਨਰਕੀ ਜੀਵ ਸਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਆਪ ਪਰਿਵਾਰ ਦੇ ਸਹਿਤ ਛੁੱਟ ਗਏ ਤੇ ਸਾਰੇ ਜਗਤ ਨੂੰ ਉਹਨਾਂ ਨੇ
ਬੰਧਨਾਂ ਤੋਂ, ਵਿਕਾਰਾਂ ਤੋਂ, ਮਾਇਆ ਦੇ ਮੋਹ ਤੋਂ ਛਡਾਉਣਾ ਕੀਤਾ। ਗੁਰ ਪਿਆਰੇ ਹਰ ਸੇਵਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਨੇ ਪਿਆਰੇ ਹਰੀ ਨੂੰ ਸੇਵਿਆ, ਯਾਦ ਕੀਤਾ। ਗੁਰ ਧਨ ਗੁਰ ਧੰਨੋ। ਗੁਰੂ ਸਾਹਿਬ ਜੀ ਧੰਨਤਾ ਦੇ ਯੋਗ ਹਨ। ਗੁਰੂ ਸਾਹਿਬ ਜੀ ਧੰਨਤਾ ਦੇ ਯੋਗ ਹਨ। ਅਥਵਾ ਗੁਰੂ ਸਾਹਿਬ ਜੀ ਨੇ ਪਿਆਰੇ ਵਾਹਿਗੁਰੂ ਨੂੰ ਯਾਦ ਕੀਤਾ, ਇਸ ਕਰਕੇ ਗੁਰੂ ਵੀ ਧੰਨਤਾ ਦੇ ਯੋਗ ਹੈ ਤੇ ਗੁਰੂ ਜੀ ਦੇ ਮਾਤਾ ਪਿਤਾ ਵੀ ਧੰਨਤਾ ਦੇ ਯੋਗ ਹਨ। ਗੁਰ ਹਰ ਮਾਰਗ ਦੱਸਿਆ। ਗੁਰੂ ਨੇ ਹਰੀ ਪਰਮੇਸ਼ਰ ਦਾ ਮਾਰਗ, ਭਗਤੀ, ਗਿਆਨ ਇਹ ਸਾਨੂੰ ਦਰਸਾਇਆ। ਗੁਰ ਪੁੰਨ ਵੱਡ ਪੁੰਨੋ। ਸੰਗਤ ਜੀ, ਇਹ ਗੁਰੂ ਦਾ ਪਰਉਪਕਾਰਾਂ ਵਿੱਚੋਂ ਬਹੁਤ ਵੱਡਾ ਪੁੰਨੋ ਪਰਉਪਕਾਰ ਹੈ। ਅਥਵਾ ਜਿਨ੍ਹਾਂ ਨੂੰ ਪਰਮੇਸ਼ਰ ਦਾ ਮਾਰਗ, ਗਿਆਨ, ਭਗਤੀ ਪ੍ਰਾਪਤ ਹੋਈ, ਉਹ ਪ੍ਰਾਣੀ ਵੱਡਿਆਂ ਪੁੰਨਾਂ ਵਾਲੇ ਨੇ। ਜੋ ਗੁਰ ਸਿੱਖ ਗੁਰ ਸੇਵਦੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਹੜੇ ਗੁਰੂ ਕੇ ਸਿੱਖ ਗੁਰੂ ਨੂੰ ਚੇਤੇ ਕਰਦੇ, ਸੇ ਪੁੰਨ ਪ੍ਰਾਣੀ। ਉਹ ਪ੍ਰਾਣੀ ਪੁੰਨ ਪਵਿੱਤਰ ਹਨ। ਜਿਹੜੇ ਗੁਰੂ ਨੂੰ ਯਾਦ ਕਰਦੇ ਨੇ, ਗੁਰੂ ਗੁਰੂ ਜਪਦੇ ਨੇ ਨਾ, ਉਹ ਪ੍ਰਾਣਾ ਧਾਰੀ ਜੀਵ ਜਿਹੜੇ ਨੇ ਪਵਿੱਤਰ ਨੇ। ਜਨ ਨਾਨਕ ਤਿਨ ਕਉ ਵਾਰਿਆ। ਸੱਚੇ ਪਾਤਸ਼ਾਹ ਜੀ ਕਹਿੰਦੇ, ਦਾਸ ਉਹਨਾਂ ਤੋਂ ਵਾਰਨੇ ਫੇਰਨੇ ਜਾਂਦਾ ਹੈ, ਸਦਾ ਸਦਾ ਕੁਰਬਾਨੀ। ਤੇ ਹਮੇਸ਼ਾ ਹਮੇਸ਼ਾ ਉਹਨਾਂ ਤੋਂ ਕੁਰਬਾਨ ਜਾਂਦਾ। ਗੁਰਮੁਖ ਸਖੀ ਸਹੇਲੀਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰਮੁਖਾ ਰੂਪ ਸਖੀਆਂ ਅਤੇ ਸਹੇਲੀਆਂ। ਸੰਗਤ ਜੀ, ਸਖੀਆਂ ਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਸਖੀਓ ਆਓ ਆਪਾਂ ਮਿਲ ਕਰਕੇ ਸਮਰੱਥ ਕੰਤ ਦੀਆਂ ਕਹਾਣੀਆਂ ਕਰੀਏ, ਉਹਦੀਆਂ ਵਿਚਾਰਾਂ ਕਰੀਏ। ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਸ਼ਰਧਾ ਹੈ, ਉਹ ਸਹੇਲੀਆਂ, ਗੁਰਮੁਖਾ ਰੂਪ ਸਖੀਆਂ ਤੇ ਸਹੇਲੀਆਂ। ਸੇ ਆਪ ਹਰ ਭਾਈਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਆਪ ਵਾਹਿਗੁਰੂ ਪਰਮੇਸ਼ਰ ਨੂੰ ਭਾ ਗਈਆਂ, ਚੰਗੀਆਂ ਲੱਗੀਆਂ। ਹਰ ਦਰਗਾਹ ਪਹਿਨਾਈਆ। ਵਾਹਿਗੁਰੂ ਦੀ ਦਰਗਾਹ ਵਿੱਚ, ਵਾਹਿਗੁਰੂ ਦੇ ਦਰਬਾਰ ਵਿੱਚ ਭਾਈ ਉਹਨਾਂ ਨੂੰ ਸਿਰਪਾਓ ਪਹਿਨਾਏ ਜਾਂਦੇ ਨੇ। ਜਿਵੇਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅਨੰਦ ਪਿਆਰੇ ਗੁਰਸਿੱਖ ਭਾਈ ਸੁੰਦਰ ਜੀ ਨੇ ਜ਼ਿਕਰ ਕੀਤਾ ਨਾ ਕਿ ਦਰਗਾਹ ਦੇ ਵਿੱਚ ਜਿਨ੍ਹਾਂ ਨੂੰ ਸਿਰਪਾਓ ਪਹਿਨਾਇਆ ਜਾਂਦਾ ਹੈ, ਭਾਈ ਉਹਨਾਂ ਦਾ ਸੋਗ ਕੀ ਕਰਨਾ ਹੈ, ਉਹਨਾਂ ਦਾ ਸੋਗ ਨਹੀਂ ਕਰਨਾ ਚਾਹੀਦਾ। ਵਾਹਿਗੁਰੂ ਨੇ ਆਪ ਉਹਨਾਂ ਨੂੰ ਦਰਗਾਹ ਦੇ ਵਿੱਚ ਭਾਈ ਸਿਰਪਾਓ ਦੀ ਦਾਤ ਦਿੱਤੀ। ਹਰ ਆਪ ਗਲ ਲਾਈਆ। ਹਰੀ ਪਰਮੇਸ਼ਰ ਨੇ ਆਪ ਆਪਣੇ ਸਰੂਪ ਰੂਪੀ ਗਲ ਦੇ ਨਾਲ ਲਾਉਣਾ ਕੀਤੀਆਂ। ਜੋ ਗੁਰਮੁਖ ਨਾਮ ਧਿਆਇਂਦੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਹੜੇ ਗੁਰੂ ਵੱਲੇ ਮੁਖ ਕਰਕੇ ਨਾਮ ਧਿਆਉਂਦੇ ਨੇ, ਤਿਨ ਦਰਸ਼ਨ ਦੀਜੈ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਦਾ ਮੁਖ ਹਮੇਸ਼ਾ ਗੁਰੂ ਵੱਲੇ ਹੈ, ਜਿਹੜੇ ਨਾਮ ਧਿਆਉਂਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਭਜਨ ਕਰਦੇ ਨੇ, ਤਿਨ ਦਰਸ਼ਨ ਦੀਜੈ। ਮਹਾਰਾਜ ਉਹਨਾਂ ਦੇ ਦਰਸ਼ਨ ਦੀਦਾਰ ਮੈਨੂੰ ਦਿਓ, ਮੈਂ ਉਹਨਾਂ ਦੇ ਦਰਸ਼ਨ ਕਰਦਾ ਰਵਾਂ। ਪਰ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਹਰ ਤਿਨ ਕਾ ਦਰਸ਼ਨ ਨਾ ਕਰਿਓ ਪਾਪੀਸ਼ਟ ਹਤਿਆਰੀ।
ਜਿਹੜੇ ਪਾਪ ਕਰਮ ਕਰਨ ਵਾਲੇ ਨੇ, ਸਿਮਰਨ ਭਜਨ ਤੋਂ ਵਿਰਵੇ ਨੇ, ਬਾਣੀ ਨਹੀਂ ਪੜ੍ਹਦੇ, ਸੇਵਾ ਨਹੀਂ ਕਰਦੇ, ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਕਿਰਪਾ ਕਰਿਓ ਉਹਨਾਂ ਦੇ ਮੱਥੇ ਨਾ ਲਾਇਓ, ਮੈਨੂੰ ਉਹਨਾਂ ਦੇ ਦਰਸ਼ਨ ਨਾ ਕਰਵਾਇਓ। ਕਿਉਂਕਿ ਨਗੁਰੇ ਪੁਰਸ਼ ਦੇ ਜਿਹੜੇ ਦਰਸ਼ਨ ਨੇ ਨਾ ਜੀ, ਉਹ ਵਿਦਵਾਨਾਂ ਨੇ ਬਹੁਤ ਮਾੜੇ ਮੰਨੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨ ਗੁਰੇ ਕਾ ਹੈ ਨਾਉ ਬੁਰਾ। ਸਤਿਗੁਰੂ ਜੀ ਦੇ ਕਹਿੰਦੇ ਨੇ ਜਿਹੜਾ ਨਗੁਰਾ ਨਾ, ਜਿਹੜੇ ਗੁਰੂ ਧਾਰਨ ਨਹੀਂ ਕੀਤਾ, ਸਿਮਰਨ ਭਜਨ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਉਹਦਾ ਤੇ ਭਾਈ ਸਵੇਰ ਸਾਰ ਨਾਮ ਲੈਣਾ ਵੀ ਮਾੜਾ ਹੈ। ਮੱਥੇ ਲੱਗਣ ਦੀ ਤੇ ਗੱਲ ਹੀ ਕਿਧਰੇ ਰਹੀ। ਸਤਿਗੁਰੂ ਜੀ ਕਹਿੰਦੇ ਨੇ ਭਾਈ ਉਹਦਾ ਨਾਮ ਲੈਣਾ ਵੀ ਮਾੜਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ ਕਿਰਪਾ ਕਰਿਓ, ਜਿਨ੍ਹਾਂ ਦਾ ਮੁੱਖ ਗੁਰੂ ਵੱਲੇ ਹੈ, ਜਿਹੜੇ ਆਪ ਜੀ ਦੇ ਨਾਮ ਨੂੰ ਧਿਆਉਂਦੇ ਨੇ, ਉਹਨਾਂ ਦੇ ਮੈਨੂੰ ਦਰਸ਼ਨ ਦੇਦਾਰ ਬਖਸ਼ਿਸ਼ ਕਰੋ। ਹਮ ਤਿਨ ਕੇ ਚਰਨ ਪਖਾਲ ਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਉਹਨਾਂ ਗੁਰਸਿੱਖਾਂ ਦੇ ਚਰਨ ਪਖਾਲ ਦੇ ਧੋਂਦੇ ਆ। ਧੂੜ ਕੋਹਲ ਕੋਹਲ ਪੀਜੈ। ਅਤੇ ਉਹਨਾਂ ਦੀ ਨਿਮਰਤਾ ਰੂਪੀ ਜਿਹੜੀ ਧੂੜ ਹੈ, ਇਹਨੂੰ ਘੋਲ ਘੋਲ ਕੇ ਪੀਂਦੇ ਆ ਮਹਾਰਾਜ ਜੀ। ਪਾਨ ਸੁਪਾਰੀ ਖਾਤੀਆਂ। ਮਨਮੁਕਤੀ ਦਸ਼ਾ ਜਿਹੜੀ ਉਹ ਵਰਣਨ ਕਰਦੇ ਨੇ, ਪਾਨ ਸੁਪਾਰੀ ਖਾਤੀਆਂ। ਸੰਗਤ ਜੀ, ਜਿਹੜੀਆਂ ਜੀਵ ਇਸਤਰੀਆਂ ਸੋ ਪਾਨ ਤੇ ਸੁਪਾਰੀ ਖਾਂਦੀਆਂ ਨੇ, ਮੁਖ ਬੀੜੀਆਂ ਲਾਈਆਂ, ਅਤੇ ਮੂੰਹ ਵਿੱਚ ਜਿਨ੍ਹਾਂ ਨੇ ਤੰਬਾਕੂ ਦੀਆਂ ਬੀੜੀਆਂ ਲਾਈਆਂ ਹੋਈਆਂ ਨੇ, ਔਰ ਕਈ ਇਲਾਕਿਆਂ ਦੇ ਵਿੱਚ ਇਹ ਆਮ ਹੀ ਵੇਖਣ ਨੂੰ ਮਿਲਦਾ ਹੈ, ਪਾਨ ਵਿੱਚ ਸੁਪਾਰੀ ਰਲਾ ਕੇ ਉਹ ਖਾਂਦੇ ਨੇ। ਔਰ ਕਈ ਲੋਕ ਜਿਹੜੇ ਨੇ ਉਹ ਸਿਗਰਟਾਂ ਪੀਂਦੇ ਨੇ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ। ਮੁੱਖ ਵਿੱਚ ਜਿਨ੍ਹਾਂ ਨੇ ਤੰਬਾਕੂ ਦੀਆਂ ਬੀੜੀਆਂ ਲਾਈਆਂ ਹੋਈਆਂ ਨੇ, ਅਥਵਾ ਜਿਨ੍ਹਾਂ ਨੇ ਮੱਥੇ ਦੇ ਉੱਤੇ ਬਿੰਦੀਆਂ ਲਾਈਆਂ ਹੋਈਆਂ ਨੇ। ਹਰ ਹਰ ਕਦੇ ਨਾ ਚੇਤਿਓ। ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਉਹਨਾਂ ਨੇ ਕਦੇ ਯਾਦ ਨਹੀਂ ਕੀਤਾ। ਜਮ ਪਕੜ ਚਲਾਈਆ। ਸੰਗਤ ਜੀ, ਉਹ ਕੇਵਲ ਨਸ਼ਿਆਂ ਦੇ ਆਦੀ ਰਹੇ। ਪਾਨ ਚੱਬ ਲਿਆ, ਸੁਪਾਰੀਆਂ ਚੱਬ ਲੀਆਂ, ਮੂੰਹ ਦੇ ਵਿੱਚ ਤੰਬਾਕੂ ਦੀਆਂ ਬੀੜੀਆਂ ਲਾ ਲਈਆਂ। ਉਹਨਾਂ ਨੇ ਕਦੇ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ। ਉਹ ਇਹਨਾਂ ਨਸ਼ਿਆਂ ਦੇ ਵਿੱਚ ਹੀ ਰੁੱਝੇ ਰਹੇ। ਪਰ ਹੋਇਆ ਕਿ ਜਮ ਪਗੜ ਚਲਾਈਆਂ। ਜਮਾਂ ਨੇ ਪਗੜ ਕਰਕੇ ਉਹਨਾਂ ਨੂੰ ਅੱਗੇ ਤੋਰ ਲਿਆ। ਜਿਨ ਹਰ ਨਾਮਾ ਹਰ ਚੇਤਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਹਰੀ ਵਾਹਿਗੁਰੂ ਦੇ ਨਾਮ ਨੂੰ ਅਤੇ ਹਰੀ ਨੂੰ ਚੇਤੇ ਕੀਤਾ, ਹਿਰਦਾ ਉਰ ਧਾਰੇ। ਹਿਰਦੇ ਉਰ ਵਿੱਚ ਧਾਰਨ ਕੀਤਾ, ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਟਿਕਾਉਣਾ ਕੀਤਾ। ਤਿਨ ਜਮ ਨੇੜ ਨ ਆਵਈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ। ਪਰ ਜਿਹੜੇ ਕੇਵਲ ਨਸ਼ਿਆਂ ਦੀ ਖਾਤਰ ਇਹੋ ਜਿਹਾ ਕੰਮ ਕਰਦੇ ਨੇ, ਬੀੜਾ ਲਾਉਂਦੇ ਨੇ, ਜਰਦਾ ਲਾਉਂਦੇ ਨੇ, ਬੀੜੀਆਂ ਪੀਂਦੇ ਨੇ, ਪਾਨ ਸੁਪਾਰੀਆਂ ਖਾਂਦੇ ਨੇ, ਉਹਨਾਂ ਨੂੰ ਜਮਦੂਤ ਪਕੜ ਕੇ ਲੈ ਜਾਂਦੇ ਨੇ। ਫਿਰ ਉਹਨਾਂ ਨੂੰ ਕਈ ਪ੍ਰਕਾਰ ਦੀ ਸਜ਼ਾ ਵੀ ਮਿਲਦੀ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਨੇ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ। ਗੁਰ ਸਿੱਖ ਗੁਰ ਪਿਆਰੇ। ਸੰਗਤ ਜੀ, ਜਿਹੜੇ ਪਿਆਰੇ ਗੁਰੂ ਦੇ ਗੁਰਸਿੱਖ ਨੇ ਨਾ, ਬਾਣੀ ਪੜ੍ਹਨ ਵਾਲੇ, ਸਿਮਰਨ ਭਜਨ ਕਰਨ ਵਾਲੇ, ਨਸ਼ਾ ਕੇਵਲ ਗੁਰੂ ਕੀ ਬਾਣੀ ਦਾ ਤੇ ਪ੍ਰਸ਼ਾਦੇ ਦਾ ਰੱਖਣ ਵਾਲੇ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ। ਫਿਰ ਉਹਨਾਂ ਨੂੰ
ਅੰਤਮ ਸਮੇਂ ਵੀ ਗੁਰੂ ਦੇ ਦਰਸ਼ਨ ਹੁੰਦੇ ਨੇ, ਪੰਜਾਂ ਪਿਆਰਿਆਂ ਦੇ ਦਰਸ਼ਨ ਹੁੰਦੇ ਨੇ, ਔਰ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਉਹਨਾਂ ਸਤਿਪੁਰਖਾਂ ਦੇ ਦਰਸ਼ਨ ਹੁੰਦੇ ਨੇ। ਉਹਨਾਂ ਨੂੰ ਜਮਦੂਤਾਂ ਦੇ ਦਰਸ਼ਨ ਨਹੀਂ ਹੁੰਦੇ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਨੇੜੇ ਤੱਕ ਨਹੀਂ ਆਉਂਦੇ। ਹਰ ਕਾ ਨਾਮ ਨਿਧਾਨ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਖਜ਼ਾਨਾ ਹੈ। ਕੋਈ ਗੁਰਮੁਖ ਜਾਣੈ, ਪਰ ਇਸ ਖਜ਼ਾਨੇ ਨੂੰ ਕੋਈ ਗੁਰਮੁਖ ਜਾਣਦਾ ਹੈ। ਜਿਹਦਾ ਮੁਖ ਗੁਰੂ ਵੱਲੇ ਹੈ ਨਾ ਜੀ, ਉਹੀ ਨਾਮ ਰੂਪੀ ਖਜ਼ਾਨੇ ਨੂੰ ਜਾਣਦਾ ਹੈ। ਨਾਨਕ ਜਿਨ ਸਰਗੁਰ ਭੇਟਿਆ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਭਾਈ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਦਾ ਮਿਲਾਪ ਹੋਇਆ, ਰੰਗ ਰਲੀਆਂ ਮਾਣੈ। ਸੰਗਤ ਜੀ ਉਹ ਰੰਗ, ਆਨੰਦ ਤੇ ਰਲੀਆਂ ਖੁਸ਼ੀਆਂ ਮਾਣਦੇ ਨੇ। ਸਰਗੁਰ ਦਾਤਾ ਆਖੀਐ, ਸਤਿਗੁਰ ਦਾਤਾ ਆਖੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਸਤਿਗੁਰੂ ਮੁਕਤੀ ਦਾ ਦਾਤਾ ਆਖੀਦਾ ਹੈ। ਸਤਿਗੁਰੂ ਅੰਮ੍ਰਿਤ ਦਾ ਦਾਤਾ ਹੈ। ਸਤਿਗੁਰੂ ਬ੍ਰਹਮ ਗਿਆਨ ਦਾ ਦਾਤਾ ਹੈ। ਸਤਿਗੁਰੂ ਰੋਜੀ ਰੋਟੀ ਦੇਣ ਦਾ ਦਾਤਾ ਹੈ। ਬੇਅੰਤ ਦਾਤਾ ਜਿਹੜੀਆਂ ਨੇ ਨਾ, ਉਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਹੱਥ ਵਿੱਚ ਨੇ। ਸਤਿਗੁਰ ਦਾਤਾ ਆਖੀਏ। ਸਤਿਗੁਰੂ ਜੀ ਨੂੰ ਦਾਤਾ ਦੇਣ ਵਾਲਾ ਕਹੀਦਾ। ਤੁਸ ਕਰੇ ਪਸਾਓ, ਤਰੁੱਠ ਕਰਕੇ ਜਿਨ੍ਹਾਂ ਤੇ ਪਸਾਓ ਦਇਆ ਕਰਦਾ ਹੈ, ਫਿਰ ਉਹਨਾਂ ਨੂੰ ਸੰਗਤ ਜੀ ਇਹ ਦਾਤਾ ਬਖਸ਼ਿਸ਼ ਕਰਦਾ। ਹਉ ਗੁਰ ਵਿਟਹੁ ਸਦ ਵਾਰਿਆ, ਮੈਂ ਗੁਰੂ ਤੋਂ ਸਦੀਵ ਕਾਲ ਵਾਰਨੇ ਫੇਰਨੇ ਜਾਂਦਾ ਆ। ਜਿਨ ਦਿੱਤੜਾ ਨਾਓ। ਸੰਗਤ ਜੀ ਜਿਹੜੀਆਂ ਆਪਾਂ ਗੁਰੂ ਦੀਆਂ ਪਰਿਕਰਮਾ ਕਰਦੇ ਆ ਨਾ, ਇਹ ਗੁਰੂ ਤੋਂ ਕੁਰਬਾਨ ਜਾਣ ਦੀ ਨਿਸ਼ਾਨੀ ਹੈ, ਜੋ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਵਾਰ-ਵਾਰ ਆਪਾਂ ਨੂੰ ਦਰਸਾਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ ਦਿੱਤੜਾ ਨਾਉ, ਜਿਸ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਨੂੰ ਦਿੱਤਾ, ਸੋ ਧਨ ਗੁਰੂ ਸਾਬਾਸ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਗੁਰੂ ਧੰਤਾ ਦੇ ਯੋਗ ਅਤੇ ਸ਼ਾਬਾਸ਼ ਸਲਾਘਾ ਯੋਗ ਹੈ। ਹਰ ਦੇ ਸਨੇਹਾ, ਜਿਹੜਾ ਗੁਰੂ ਹਰੀ ਦਾ ਸਾਨੂੰ ਸਨੇਹਾ ਦਿੰਦਾ ਹੈ, ਉਪਦੇਸ਼ ਦਿੰਦਾ। ਹਉ ਵੇਖ ਵੇਖ ਗੁਰੂ ਵਿਗਸਿਆ, ਮੈਂ ਗੁਰੂ ਦੇ ਦਰਸ਼ਨ ਕਰ ਕਰਕੇ ਪ੍ਰਸੰਨ ਹੋਇਆ। ਗੁਰ ਸਰ ਗੁਰ ਦੇਹਾ, ਪੂਜਨੀਕ ਸਤਿਗੁਰੂ ਜੋ ਦੇਹਾ ਸਾਰੀਆਂ ਦਾਤਾਂ ਨੂੰ ਦੇਣ ਵਾਲੇ ਨੇ, ਅਥਵਾ ਦੇਹਾ ਤੋਂ ਭਾਵ ਦੇਹ ਸਰੀਰ ਦਾ ਨਾਮ ਵੀ ਹੈ। ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਕਰ ਕਰਕੇ ਮੈਨੂੰ ਪ੍ਰਸੰਨਤਾ ਹੋਈ। ਗੁਰ ਰਸਨਾ ਅੰਮ੍ਰਿਤ ਬੋਲਦੀ। ਸੰਗਤ ਜੀ ਗੁਰੂ ਦੀ ਜਿਹੜੀ ਰਸਨਾ ਨਾ ਜ਼ਬਾਨ, ਉਹ ਅੰਮ੍ਰਿਤ ਵਰਗੇ ਮਿੱਠੇ ਬੋਲ ਬੋਲਦੀ ਹੈ। ਹਰ ਨਾਮ ਸੁਹਾਵੀ, ਹਰੀ ਦੇ ਨਾਮ ਵਿੱਚ ਭਿੱਜੀ ਹੋਣ ਕਰਕੇ ਸ਼ੋਭਨੀਕ ਹੈ। ਜਿਨ ਸੁਣ ਸਿੱਖਾ ਗੁਰ ਮੰਨਿਆ, ਜਿਨ੍ਹਾਂ ਨੇ ਗੁਰੂ ਦੀ ਰਸਨਾ ਤੋਂ, ਗੁਰੂ ਦੇ ਮਿੱਠੇ ਬਚਨਾਂ ਨੂੰ, ਉਪਦੇਸ਼ ਨੂੰ ਸੁਣ ਕੇ ਤੇ ਸੰਗਤ ਜੀ ਮੰਨਣਾ ਕੀਤਾ, ਤਿੰਨਾ ਭੁੱਖ ਸਭ ਜਾਵੀ। ਉਹਨਾਂ ਗੁਰਸਿੱਖਾਂ ਦੀ ਸਾਰੀ ਆਸਾ ਤ੍ਰਿਸ਼ਨਾ ਰੂਪੀ ਭੁੱਖ, ਲੋਕ ਪਰਲੋਕ ਦੀ ਭੁੱਖ ਜਿਹੜੀ ਉਹ ਸਾਰੀ ਚਲੇ ਜਾਂਦੀ ਹੈ। ਹਰ ਕਾ ਮਾਰਗ ਆਖੀਐ, ਜਗਿਆਸੂ ਬੇਨਤੀ ਕਰਦਾ ਹੈ, ਹਰ ਕਾ ਮਾਰਗ ਆਖੀਏ। ਮਹਾਰਾਜ ਹਰੀ ਪਰਮੇਸ਼ਰ ਦਾ ਜੋ ਮਾਰਗ ਹੈ, ਗਿਆਨ ਰੂਪੀ ਭਗਤੀ ਰੂਪੀ ਕਹੀਦਾ। ਕਹੋ ਕਿਤ ਬਿਦ ਜਾਈਐ, ਆਪ ਜੀ ਕਿਰਪਾ ਕਰਕੇ ਦੱਸੋ ਕਿਹੜੀ ਜੁਗਤੀ ਦੇ ਨਾਲ ਉਹ ਹਰੀ ਦੇ ਮਾਰਗ ਦੇ ਉੱਤੇ ਜਾਈਏ, ਤੁਰੀਏ। ਹਰ ਹਰ ਤੇਰਾ ਨਾਮ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਗੁਰਸਿੱਖੋ, ਹਰੀ ਦਾ ਮਾਰਗ ਭਗਤੀ ਰੂਪੀ ਗਿਆਨ ਰੂਪੀ ਮਾਰਗ ਹੈ, ਔਰ
ਇਸ ਮਾਰਗ ਦੇ ਉੱਤੇ ਹਰ ਹਰ ਤੇਰਾ ਨਾਮ ਹੈ। ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਜੋ ਨਾਮ ਹੈ, ਹਰ ਖਰਚ ਲੈ ਜਾਈਐ। ਭਾਈ ਇਹ ਹਰੀ ਦੇ ਨਾਮ ਦਾ ਖਰਚ ਪੱਲੇ ਬੰਨ੍ਹ ਕੇ ਲੈ ਜਾਈਏ। ਜਿਵੇਂ ਆਪਾਂ ਯਾਤਰਾ ਤੇ ਜਾਂਦੇ ਆ ਨਾ, ਤੇ ਆਪਾਂ ਆਪਣਾ ਖਰਚ ਜਿਹੜਾ ਉਹ ਨਾਲ ਲੈ ਕੇ ਜਾਂਦੇ ਆ, ਵੀ ਰਸਤੇ ਵਿੱਚ ਕੋਈ ਖਰਚ ਕਰਨਾ ਪਿਆ ਤੇ ਕਰ ਲਵਾਂਗੇ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਮਾਰਗ ਦੇ ਉੱਤੇ ਵੀ ਭਾਈ ਜਦੋਂ ਜਾਣਾ ਹੈ ਨਾ, ਤੇ ਉਦੋਂ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਰੂਪੀ ਖਰਚ ਸਾਡੇ ਪੱਲੇ ਹੋਣਾ ਚਾਹੀਦਾ ਹੈ। ਤਾਂ ਹੀ ਆਪਾਂ ਇਹ ਖਰਚ ਨੂੰ ਖਰਚ ਸਕਦੇ ਹਾਂ ਵਾਹਿਗੁਰੂ ਦੇ ਰਸਤੇ ਤੇ। ਜਿਨ ਗੁਰਮੁਖ ਹਰਿ ਆਰਾਧਿਆ, ਜਿਨ੍ਹਾਂ ਗੁਰਮੁਖਾਂ ਨੇ ਹਰੀ ਪਰਮੇਸ਼ਰ ਨੂੰ ਚੇਤੇ ਕੀਤਾ, ਸੇ ਸਾਹ ਵੱਡ ਦਾਣੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਭਾਈ ਵੱਡੇ ਸ਼ਾਹੂਕਾਰ ਅਤੇ ਵੱਡੇ ਦਾਣੇ ਦਨਾ ਸਿਆਣੇ ਹਨ। ਹਉ ਸਤਿਗੁਰ ਕਉ ਸਦ ਵਾਰਿਆ, ਮੈਂ ਸਤਿਗੁਰੂ ਤੋਂ ਸਦੀਵ ਕਾਲ ਵਾਰਨੇ ਫੇਰਨੇ ਜਾਂਦਾ। ਗੁਰ ਬਚਨ ਸਮਾਨੇ, ਗੁਰੂ ਦੇ ਬਚਨਾਂ ਦੀ ਰਾਹੀਂ ਮੈਂ ਵਾਹਿਗੁਰੂ ਦੇ ਵਿੱਚ ਸਮਾ ਗਿਆ, ਅਥਵਾ ਗੁਰੂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਵਿੱਚ ਸਮਾਇਆ ਜਾਂਦਾ ਹੈ। ਤੇ ਐਸੇ ਗੁਰੂ ਤੋਂ ਸਦੀਵ ਕਾਲ ਵਾਰਨੇ ਫੇਰਨੇ ਜਾਈਏ। ਤੂੰ ਠਾਕੁਰ ਤੂੰ ਸਾਹਿਬੋ। ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਬੇਨਤੀ ਕਰਦੇ ਨੇ, ਹੇ ਮਾਲਕ ਜੀ, ਤੁਸੀਂ ਮੇਰੇ ਠਾਕੁਰ ਮਾਲਕ ਹੋ, ਤੁਸੀਂ ਮੇਰੇ ਸਾਹਿਬੋ। ਸਾਹਿਬੋ ਦਾ ਅਰਥ ਵੀ ਮਾਲਕ ਹੀ ਹੈ, ਔਰ ਇਹਦਾ ਵਿਦਵਾਨਾਂ ਨੇ ਇਉਂ ਵੀ ਅਰਥ ਕੀਤਾ ਹੈ, ਮਾਲਕ ਜੀ ਆਪ ਜੀ ਸਤਯੁਗ ਵਿੱਚ ਦੁਆਪਰ ਤ੍ਰੇਤੇ ਵਿੱਚ ਵੀ ਸਾਡੇ ਮਾਲਕ ਠਾਕੁਰ ਸੀ, ਤੇ ਹੁਣ ਇਸ ਸਮੇਂ ਦੇ ਵਿੱਚ ਵੀ ਆਪ ਸਾਡੇ ਮਾਲਕ ਹੋ। ਭਾਵ ਜਿਹੜਾ ਭੂਤ ਕਾਲ ਸੀ, ਉਸ ਭੂਤ ਕਾਲ ਵਿੱਚ ਵੀ ਤੁਸੀਂ ਸਾਡੇ ਠਾਕੁਰ ਮਾਲਕ ਸੀ, ਤੇ ਇਹ ਜਿਹੜਾ ਵਰਤਮਾਨ ਕਾਲ ਹੈ ਇਹਦੇ ਵਿੱਚ ਵੀ ਤੁਸੀਂ ਸਾਡੇ ਸਾਹਿਬੋ ਮਾਲਕ ਹੋ। ਤੂੰ ਹੈ ਮੇਰਾ ਮੀਰਾ। ਅਤੇ ਜਿਹੜਾ ਭਵਿੱਖਤ ਕਾਲ ਹੈ, ਆਉਣ ਵਾਲਾ ਸਮਾਂ, ਉਹਦੇ ਵਿੱਚ ਵੀ ਆਪ ਮੇਰੇ ਮੀਰਾ ਪਾਤਸ਼ਾਹ ਹੋਵੋਗੇ। ਤੁਧ ਭਾਵੈ ਤੇਰੀ ਬੰਦਗੀ। ਸੱਚੇ ਪਾਤਸ਼ਾਹ ਜੀ ਜੇ ਤੈਨੂੰ ਭਾਵੇ ਤਾਂ ਹੀ ਬੰਦਾ ਤੇਰੀ ਬੰਦਗੀ ਨੂੰ ਪ੍ਰਾਪਤ ਕਰਦਾ ਹੈ। ਤੂੰ ਗੁਣੀ ਗਹੀਰਾ। ਮਹਾਰਾਜ ਤੁਸੀਂ ਗੁਣਾਂ ਦੇ ਸਮੁੰਦਰ ਹੋ, ਆਪੇ ਹਰ ਇੱਕ ਰੰਗ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਪਰਮੇਸ਼ਰ ਆਪ ਹੀ ਇੱਕ ਰੰਗੀ ਹੈ। ਇੱਕ ਰੰਗੀ ਤੋਂ ਭਾਵ ਨਿਰਗੁਣ ਸਰੂਪ ਹੈ। ਆਪੇ ਬਹੁ ਰੰਗੀ। ਤੇ ਆਪ ਹੀ ਉਹ ਵਾਹਿਗੁਰੂ ਬਹੁ ਰੰਗੀ ਹੈ। ਬਹੁ ਰੰਗੀ ਤੋਂ ਭਾਵ ਸਰਗੁਣ ਸਰੂਪ ਵਿੱਚ। ਜੋ ਤਿਸ ਭਾਵੈ ਨਾਨਕਾ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਹੇ ਵਾਹਿਗੁਰੂ ਜੀ ਜੋ ਆਪ ਜੀ ਨੂੰ ਭਾਵੇ ਚੰਗਾ ਲੱਗੇ, ਸਾਈ ਗੱਲ ਚੰਗੀ। ਉਹੀ ਗੱਲ ਉਹੀ ਬਾਤ ਚੰਗੀ ਹੈ ਜਿਹੜੀ ਆਪ ਜੀ ਨੂੰ ਭਾ ਜਾਵੇ, ਆਪ ਜੀ ਨੂੰ ਚੰਗੀ ਲੱਗੇ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਉਹ ਚੀਜ਼ਾਂ ਦਾ ਸੇਵਨ ਨਾ ਕਰੋ ਜਿਨ੍ਹਾਂ ਕਰਕੇ ਜਮਾਂ ਦੀ ਗ੍ਰਿਫਤ ਵਿੱਚ ਜਾਈਏ, ਜਮਦੂਤ ਸਾਨੂੰ ਪਕੜ ਕੇ ਲੈ ਜਾਣ। ਉਹਨਾਂ ਚੀਜ਼ਾਂ ਦਾ ਕਦੇ ਵੀ ਸੇਵਨ ਨਹੀਂ ਕਰਨਾ ਚਾਹੀਦਾ। ਗੁਰੂ ਕੇ ਸਿੱਖ ਨੇ ਨਾਮ ਤੇ ਬਾਣੀ ਦਾ ਹੀ ਸੇਵਨ ਕਰਨਾ। ਆਓ ਪਿਆਰ ਸਹਿਤ ਬਿਲਾਵਲ ਰਾਗ ਵਿੱਚ ਜੋ ਲੜੀਵਾਰ ਕਥਾ ਚੱਲ ਰਹੀ ਹੈ, ਪਿਆਰ ਸਹਿਤ ਵਿਚਾਰ ਸਰਵਣ ਕਰੀਏ ਜੀ। ਬਿਲਾਵਲ ਨਿਤ ਉਠ ਕੋਰੀ ਗਾਗਰ ਆਨੈ। ਭਗਤ ਕਬੀਰ ਸਾਹਿਬ ਜੀ ਜਦੋਂ ਤਨਣਾ ਬੁਰਣਾ ਸਾਰਾ ਤਿਆਗ ਬੈਠੇ, ਕੇਵਲ ਰਾਮ ਦੇ ਨਾਲ ਆਪਣੀ ਲਿਵ ਲਾਈ ਹੋਈ ਸੀ। ਸੰਗਤ ਜੀ, ਉਦੋਂ ਭਗਤ ਕਬੀਰ ਸਾਹਿਬ ਜੀ ਦੀ ਮਾਤਾ ਜਿਹਦਾ ਨਾਮ ਨੀਮਾ ਆਇਆ ਇਤਿਹਾਸ ਵਿੱਚ, ਉਹ ਆਪਣੀਆਂ ਦਰਾੜੀਆਂ ਜਠਾਣੀਆਂ ਨੂੰ
ਕੱਟਿਆ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਬਾਰੇ ਕਹਿੰਦੀ ਹੈ ਵੀ ਇਹਨੇ ਤਾਂ ਕਾਰੋਬਾਰ ਹੀ ਛੱਡ ਦਿੱਤਾ ਹੈ। ਔਰ ਭਗਤ ਕਬੀਰ ਸਾਹਿਬ ਜੀ ਨੇ ਸਾਰੀ ਗੱਲ ਸੁਣੀ ਤੇ ਫਿਰ ਆਪ ਜੀ ਨੇ ਇਸ ਪਾਵਨ ਸ਼ਬਦ ਵਿੱਚ ਉਪਦੇਸ਼ ਦਿੱਤਾ। ਨਿਤ ਉਠ ਕੋਰੀ ਗਾਗਰ ਆਨਾ। ਮਾਤਾ ਕਹਿੰਦੀ ਹੈ ਭੈਣੋ ਕਬੀਰ ਧਾਉਣ ਨਿਤਾ ਪ੍ਰਤੀ ਰੋਜ਼ਾਨਾ ਹੀ ਉੱਠ ਕੇ ਨਾ ਸਵੇਰ ਸਾਰ ਕੋਰੀ ਗਾਗਰ ਗੰਗਾ ਤੋਂ ਜਲਦੀ ਭਰ ਕੇ ਲਿਆਉਂਦਾ ਹੈ। ਕੋਰੀ ਨਾਮ ਜੁਲਾਹੇ ਦਾ ਵੀ ਹੈ। ਇਹ ਹਿੰਦੀ ਦਾ ਸ਼ਬਦ ਹੈ। ਹਿੰਦੀ ਵਿੱਚ ਕੋਰੀ ਕਹਿੰਦੇ ਜੁਲਾਹੇ ਨੂੰ, ਆਪਾਂ ਪੰਜਾਬੀ ਵਿੱਚ ਵੈਸਾ ਹੀ ਜੁਲਾਹਾ ਕਹਿ ਦਿੰਦੇ ਹਾਂ। ਤੋ ਭਗਤ ਜੀ ਇੱਥੇ ਇਹ ਪਾਵਨ ਪੰਕਤੀਆਂ ਆਪਣੀ ਮਾਤਾ ਜੀ ਵੱਲੋਂ ਦਰਸਾ ਰਹੇ ਨੇ ਕਿ ਕਬੀਰ ਜੁਲਾਹਾ ਨਿਤਾ ਪ੍ਰਤੀ ਸਵੇਰ ਸਾਰ ਉੱਠ ਕੇ ਤੇ ਗਾਗਰ ਜਿਹੜੀ ਹੈ ਨਾ ਉਹ ਗੰਗਾ ਵਿੱਚੋਂ ਜਲਦੀ ਭਰ ਕੇ ਲਿਆਉਂਦਾ। ਲੀਪਤ ਜੀਓ ਗਇਓ। ਜਿੱਥੇ ਬੈਠ ਕੇ ਭਗਤ ਕਬੀਰ ਸਾਹਿਬ ਜੀ ਸਿਮਰਨ ਭਜਨ ਕਰਦੇ ਜਾਂ ਆਏ ਹੋਏ ਸੰਤਾਂ ਸਾਧੂਆਂ ਮਹਾਤਮਾ ਨੂੰ ਬਟਾਉਂਦੇ ਉਹ ਜਗ੍ਹਾ ਨੂੰ ਭਗਤ ਜੀ ਲੀਪਤ ਲਿੰਬਦਿਆਂ ਉਹਨਾਂ ਦਾ ਜੀਓ ਮਨ ਜਿਹੜਾ ਸੀ ਨਾ ਉਹਦੇ ਵਿੱਚ ਹੀ ਲੀਨ ਹੋ ਗਿਆ। ਤਾਨਾ ਬਾਨਾ ਕਛੂ ਨਾ ਸੂਝਿਆ। ਮਾਤਾ ਕਹਿੰਦੀ ਹੈ ਵੀ ਹੁਣ ਕਬੀਰ ਸਾਹਿਬ ਜੀ ਨੂੰ ਤਾਣਾ ਤੜਨਾ ਤੇ ਬਾਨਾ ਜਿਹੜਾ ਵਿੱਚ ਪੇਟਾ ਵਗਾਈਦਾ ਹੈ ਇਹ ਹੁਣ ਕੁਝ ਵੀ ਸੁਝਦਾ ਨਹੀਂ, ਦਿਸਦਾ ਨਹੀਂ। ਹਰ ਹਰ ਰਸ ਲਪਟਿਓ। ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਰੂਪੀ ਰਸ ਵਿੱਚ ਹੀ ਲਪਾਏ ਮਾਨ ਰਹਿੰਦਾ, ਲਪਟਿਆ ਹੋਇਆ ਹੈ। ਹਮਾਰੇ ਕੁਲ ਕੌਣੇ ਰਾਮ ਕਹਿਓ। ਮਾਤਾ ਜੀ ਆਪਣੀ ਦਰਾਣੀ ਤੇ ਜਠਾਣੀ ਨੂੰ ਕਹਿੰਦੇ ਨੇ ਇਹ ਦੱਸੋ ਆਪਣੀ ਕੁਲ ਵਿੱਚ ਕਿਹਨੇ ਰਾਮ ਦਾ ਨਾਮ ਲਿਆ। ਸੰਗਤ ਜੀ ਇਉਂ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਭਗਤ ਕਬੀਰ ਸਾਹਿਬ ਜੀ ਦੀ ਪਰਵਰਿਸ਼ ਜਿਹੜੀ ਹੈ ਨਾ ਉਹ ਇੱਕ ਮੁਸਲਮਾਨ ਪਰਿਵਾਰ ਨੇ ਕੀਤੀ ਹੈ। ਨੀਰੂ ਜੁਲਾਹਾ ਤੇ ਨੀਮਾ ਇਹ ਮਾਤਾ ਪਿਤਾ ਮੰਨੇ ਨੇ ਭਗਤ ਜੀ ਦੇ, ਇਹਨਾਂ ਨੇ ਪਰਵਰਿਸ਼ ਕੀਤੀ, ਇਹਨਾਂ ਨੇ ਇਹਦਾ ਨਾਮ ਕਬੀਰ ਰੱਖਿਆ ਸੀ। ਔਰ ਇਸਲਾਮ ਮਤ ਹੋਣ ਕਰਕੇ ਇਹ ਗੱਲ ਕਹਿ ਰਹੇ ਨੇ ਹਮਾਰੇ ਕੁਲ ਕੌਣੇ ਰਾਮ ਕਹਿਓ। ਸਾਡੀ ਕੁਲ ਵਿੱਚ ਕਦੇ ਕਿਸੇ ਨੇ ਰਾਮ ਦਾ ਨਾਮ ਲਿਆ ਸੀ ਤੇ ਭਗਤ ਨੂੰ ਪਤਾ ਨਹੀਂ ਕੀ ਹੋ ਗਿਆ ਵੀ ਹੁਣ ਰਾਮ ਰਾਮ ਹੀ ਜਪੀ ਜਾਂਦਾ ਹੈ। ਹਮਾਰੇ ਕੁਲ ਕੌਣੇ ਰਾਮ ਕਹਿਓ। ਸਾਡੀ ਕੁਲ ਵਿੱਚ ਤਾਂ ਭਾਈ ਕਿਸੇ ਨੇ ਰਾਮ ਕਿਹਾ ਨਹੀਂ ਸੀ। ਜਬ ਕੀ ਮਾਲਾ ਲਈ ਨਪੂਤੇ। ਜਦੋਂ ਦੀ ਭਗਤ ਕਬੀਰ ਸਾਹਿਬ ਜੀ ਨੇ ਔਂਤਰੇ, ਨਪੂਤੇ ਦਾ ਅਰਥ ਹੈ ਜੀ ਔਂਤਰੇ ਰਾਮਾਨੰਦ ਜੀ ਤੋਂ ਮਾਲਾ ਪ੍ਰਾਪਤ ਕੀਤੀ ਤਬ ਤੇ ਸੁਖ ਨਾ ਭਇਓ। ਤਦੋਂ ਦਾ ਮਾਤਾ ਜੀ ਕਹਿੰਦੇ ਭੈਣੋ ਸਾਨੂੰ ਭਾਈ ਸੁਖ ਨਹੀਂ ਪ੍ਰਾਪਤ ਹੋਇਆ। ਉਹਨੇ ਮਾਲਾ ਦੇ ਵਿੱਚ ਹੀ ਲੱਗਾ ਰਹਿੰਦਾ ਹੈ, ਅੱਟੇ ਪੈ ਰਾਮ 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 ਜਪੀ ਜਾਂਦਾ ਹੈ ਤੇ ਇਹ ਘਰ ਦਾ ਕਾਰੋਬਾਰ ਨਹੀਂ ਕਰਦਾ। ਭਗਤ ਜੀ ਨੇ ਰਾਗ ਗੂਜਰੀ ਵਿੱਚ ਵੀ ਜ਼ਿਕਰ ਕੀਤਾ ਹੈ ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਬਾਰਗ ਕੈਸੇ ਜੀਵੈ ਰਗਰਾਈ। ਡਸਕੋਰੇ ਲੈ ਲੈ ਕੇ ਮਾਂ ਰੋਂਦੀ ਹੈ ਤੇ ਕਹਿੰਦੀ ਹੇ ਪ੍ਰਭੂ ਇਹ ਬੱਚੇ ਕਿਵੇਂ ਜੀਣਗੇ। ਤਨਨਾ ਬੁਨਣਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ। ਇਹਨੇ ਕੇਵਲ ਨਾਮ ਨੂੰ ਹੀ ਮੁੱਖ ਰੱਖਿਆ, ਤਾੜਾ ਬਾੜਾ ਕਾਰੋਬਾਰ ਸਭ ਤਿਆਗ ਦਿੱਤਾ ਹੈ। ਇੱਥੇ ਵੀ ਉਹੀ ਗੱਲ ਕਹਿੰਦੇ ਨੇ ਵੀ ਜਦੋਂ ਦੀ ਔਂਤਰੇ ਰਾਮਾਨੰਦ ਤੋਂ ਮਾਲਾ ਲਈ ਹੈ ਨਾ ਉਦੋਂ ਦਾ ਸਾਨੂੰ ਕੋਈ ਵੀ ਸੁਖ ਪ੍ਰਾਪਤ ਨਹੀਂ ਹੋਇਆ। ਪੁਰਾਣੇ ਸਮੇਂ ਇੱਕ ਧਾਰਨਾ ਵੀ ਲਾਇਆ ਕਰਦੇ ਸੀ, ਮਾਲਾ ਦਿੱਤੀ ਹੈ ਨਖੱਤੇ ਰਾਮਾਨੰਦ ਨੇ ਮੁੰਡਾ ਮੇਰਾ ਵਿਗੜ ਗਿਆ। ਸੰਗਤ ਜੀ ਮਾਂ ਵੱਲੋਂ ਬਚਨ ਸੀਗੇ ਵੀ ਰਾਮਾਨੰਦ ਨੇ ਜਦੋਂ ਦੀ ਮਾਲਾ ਦਿੱਤੀ ਹੈ ਨਾ ਉਦੋਂ ਦਾ ਮੇਰਾ ਮੁੰਡਾ ਵਿਗੜ ਗਿਆ ਹੈ।
ਇਹ ਹੁਣ ਕਾਰੋਬਾਰ ਨਹੀਂ ਕਰਦਾ, ਆਰਾਮ ਵਿੱਚ ਹੀ ਰੁੱਝਾ ਰਹਿੰਦਾ ਹੈ, ਵਾਹਿਗੁਰੂ ਦੇ ਰਸ ਵਿੱਚ ਹੀ ਲਪਟਿਆ ਹੋਇਆ ਹੈ। ਰਹਾਓ ਵਿਸਰਾਮ ਦੇ ਕੇ ਫਰਮਾਉਂਦੇ ਨੇ, ਸੁਨੋ ਜਠਾਨੀ ਸੁਨੋ ਦਿਰਾਨੀ। ਸੋ ਮਾਤਾ ਜੀ ਕਹਿੰਦੇ ਨੇ, ਮਾਤਾ ਨੀਮਾ ਜੀ ਕਹਿੰਦੇ ਨੇ, ਐ ਮੇਰੀ ਜਟਾਣੀ। ਜਟਾਣੀ ਕਹਿੰਦੇ ਨੇ ਜੀ ਵੱਡੀ ਨੂੰ, ਜਿਸ ਤਰ੍ਹਾਂ ਵੱਡੇ ਭਰਾ ਨੂੰ ਜੇਠ ਕਿਹਾ ਜਾਂਦਾ ਹੈ ਨਾ, ਤੇ ਉਹਦੀ ਘਰਵਾਲੀ ਨੂੰ ਜਟਾਣੀ ਕਿਹਾ ਜਾਂਦਾ ਹੈ। ਤੇ ਮਾਤਾ ਜੀ ਕਹਿੰਦੇ ਨੇ, ਸੁਣੋ ਜਟਾਨੀ, ਐ ਮੇਰੀ ਜਟਾਣੀ ਸੁਣ ਨਾ ਕਰੋ, ਸੁਣੋ ਦਰਾਨੀ, ਐ ਮੇਰੀ ਦਰਾਣੀ। ਦਰਾਣੀ ਕਹਿੰਦੇ ਨੇ ਜੀ ਛੋਟੇ ਨੂੰ, ਜਿਸ ਤਰ੍ਹਾਂ ਤਿੰਨ ਭਾਈ ਹੋਣ ਨਾ, ਵੱਡਾ, ਵਿਚਕਾਰਲਾ ਤੇ ਛੋਟਾ, ਤੇ ਜਿਹੜਾ ਵੱਡਾ ਹੈ ਨਾ ਉਹਨੂੰ ਜੇਠ ਕਹਿੰਦੇ ਨੇ, ਉਹਦੀ ਘਰ ਦੀ ਨੂੰ ਜਟਾਣੀ ਕਹਿ ਦਿੰਦੇ ਨੇ, ਤੇ ਜਿਹੜਾ ਛੋਟਾ ਹੁੰਦਾ ਹੈ ਨਾ ਜੀ ਉਹਨੂੰ ਸੋ ਦਿਓਰ ਕਹਿ ਦਿੰਦੇ ਨੇ, ਤੇ ਉਹਦੀ ਘਰਵਾਲੀ ਨੂੰ ਦਰਾਣੀ ਕਹਿੰਦੇ ਨੇ। ਤੇ ਉਹ ਮਾਤਾ ਕਹਿੰਦੀ ਹੈ, ਮੇਰੀ ਜਟਾਣੀ ਤੇ ਮੇਰੀ ਦਰਾਣੀ ਸੁਣ ਨਾ ਕਰੋ। ਅਚਰਜ ਏਕ ਭਇਓ ਇੱਕ ਬਹੁਤ ਹੀ ਅਜੀਬ ਅਚਰਜ ਹੋਇਆ। ਸਾਤ ਸੂਤ ਇਨ ਮੁੰਡੀਏ ਖੋਏ। 7 ਪ੍ਰਕਾਰ ਦਾ ਸੂਤ ਇਹਦੇ ਪਿਤਾ ਨੇ ਘਰ ਵਿੱਚ ਇਕੱਠਾ ਕਰਕੇ ਰੱਖਿਆ ਹੋਇਆ ਸੀ, ਤੇ ਉਹ 7 ਪ੍ਰਕਾਰ ਦਾ ਸੂਤ ਇਸ ਮੁੰਡੇ ਨੇ ਖੋਏ ਨਾਸ ਕਰ ਦਿੱਤਾ ਹੈ। ਅਥਵਾ 7 ਧਾਤਾਂ ਤੋਂ ਜਿਹੜਾ ਇਹ ਸਰੀਰ ਬਣਿਆ ਨਾ, ਔਰ ਇਹਨੂੰ ਭਗਤ ਜੀ ਨੇ ਇਹ ਜਿਹੜਾ 7 ਧਾਤਾਂ ਦਾ ਹੀ ਇਹਨੂੰ ਨਾਸ ਕਰ ਦਿੱਤਾ, ਨਿਵਰਤ ਕਰ ਦਿੱਤਾ। ਇਹੋ ਮੁੰਡਿਆ ਕਿਉਂ ਨਾ ਮੋਇਓ। ਮਾਤਾ ਕਹਿੰਦੀ ਇਹ ਮੁੰਡਾ ਕਿਉਂ ਨਾ ਮਰ ਗਿਆ, ਮੇਰੇ ਘਰ ਦਾ ਇਹਨੇ ਇੰਨਾ ਵਿਗਾੜ ਦਿੱਤਾ। ਕਈ ਵਾਰ ਮਾਵਾਂ ਗਾਲਾਂ ਕੱਢਦੀਆਂ ਨੇ ਨਾ, ਜਦੋਂ ਬੱਚੇ ਕੰਮ ਨਾ ਕਰਨ ਤੇ ਘਰ ਵਿੱਚੋਂ ਲਈ ਜਾਣ, ਪੈਸੇ ਲੈ ਜਾਣ, ਸੰਗਤ ਜੀ ਹੋਰ ਅੰਨ ਧਨ ਲੈ ਜਾਣ, ਤੇ ਮਾਵਾਂ ਗਾਲਾਂ ਕੱਢਦੀਆਂ ਹੀ ਆ। ਹੁਣ ਇੱਥੇ ਮਾਤਾ ਵੀ ਕਹਿੰਦੀ ਆ ਵੀ ਇਹ ਮੁੰਡਿਆ ਕਿਉਂ ਨਾ ਮੋਇਓ, ਮੇਰੀ ਉਹ ਭੈਣੋ ਇਹ ਮੁੰਡਾ ਕਿਉਂ ਨਾ ਮਰ ਗਿਆ। ਸਰਬ ਸੁਖਾਂ ਕਾ ਏਕ ਹਰ ਸੁਆਮੀ। ਹੁਣ ਭਗਤ ਜੀ ਕਹਿੰਦੇ ਨੇ, ਮਾਂ ਤੂੰ ਗਾਲਾਂ ਵੀ ਕੱਢ ਲਈਆਂ ਨੇ, ਆਪਦੀ ਜਟਾਣੀ ਤੇ ਦਰਾਣੀ ਨੇ ਨਾਲ ਲਾਮੇ ਵੀ ਲਾ ਲਏ ਨੇ, ਪਰ ਹੁਣ ਮੇਰੀ ਵੀ ਗੱਲ ਸੁਣ ਲਾ। ਸਰਬ ਸੁਖਾਂ ਕਾ ਏਕ ਹਰ ਸੁਆਮੀ, ਏਕ ਹਰ ਸੁਆਮੀ। ਸੰਗਤ ਜੀ ਭਗਤ ਜੀ ਕਹਿਣ ਲੱਗੇ, ਮਾਂ ਸਾਰੇ ਸੁੱਖਾਂ ਦਾ ਮਾਲਕ ਇੱਕ ਵਾਹਿਗੁਰੂ ਹੈ, ਸੋ ਗੁਰ ਨਾਮ ਦਇਓ। ਉਸ ਮਾਲਕ ਦਾ ਨਾਮ ਮੈਨੂੰ ਮੇਰੇ ਗੁਰੂ ਰਾਮਾਨੰਦ ਜੀ ਨੇ ਦਿੱਤਾ। ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸ਼ਾਂਤ ਆਤਮਾ ਭਗਤ ਪ੍ਰਹਲਾਦ ਜੀ ਦੀ ਪੈਜ ਰੱਖੀ, ਇੱਜ਼ਤ ਰੱਖੀ। ਹਰਨਾਖਸ ਨਖ ਬਿਦਰਿਓ। ਅਤੇ ਹਰਨਾਕਸ਼ ਨਖ ਬਿਦਰਿਓ। ਜੋ ਹਰਨਾਕਸ਼ ਸੀ ਪ੍ਰਹਲਾਦ ਜੀ ਦਾ ਪਿਤਾ, ਉਹਨੂੰ ਨਰਸਿੰਘ ਰੂਪ ਹੋ ਕਰਕੇ ਨਹੁੰਆਂ ਦੇ ਨਾਲ ਬਿਦਾਰ ਦਿੱਤਾ, ਪਾੜ ਦਿੱਤਾ, ਨਾਸ ਕਰ ਦਿੱਤਾ। ਘਰ ਕੇ ਦੇਵ ਪਿਤਰ ਕੀ ਛੋਡੀ। ਸੋ ਇੱਥੇ ਭਗਤ ਜੀ ਕਹਿੰਦੇ, ਵੇਖੋ ਭਗਤ ਪ੍ਰਹਲਾਦ ਜੀ ਨੇ ਜਿਹੜੇ ਘਰ ਦੇ ਪੂਜਨੀਕ ਦੇਵਤੇ ਸਨ, ਸੋ ਅਤੇ ਨਾਲ ਪਿਤਰ ਕੀ ਛੋਟੀ, ਜਿਹੜੀ ਪਿਤਾ ਦੀ ਰਾਜਨੀਤੀ ਸੀ ਉਹਨੂੰ ਵੀ ਛੱਡ ਦਿੱਤਾ। ਸਤਿਗੁਰਾਂ ਨੇ ਗੁਰਬਾਣੀ ਵਿੱਚ ਬੜਾ ਵਿਸਤਾਰ ਦਿੱਤਾ ਹੈ, ਸਮਾਂ ਨਹੀਂ ਸੰਗਤ ਜੀ, ਸਮਾਂ ਉੱਪਰ ਜਾ ਰਿਹਾ ਹੈ। ਸੰਡਾ ਮਰਕਾ ਇਹ ਅਧਿਆਪਕ ਸਨ, ਇਹਨਾਂ ਨੇ ਵੀ ਭਗਤ ਪ੍ਰਹਲਾਦ ਜੀ ਨੂੰ ਬੜਾ ਸਮਝਾਇਆ ਸੀ ਕਿ ਤੂੰ ਰਾਮ ਨਾਮ ਛੱਡ, ਆਪਦੇ ਪਿਓ ਦਾ ਨਾਮ ਜਪਿਆ ਕਰ, ਪਰ ਭਗਤ ਜੀ ਨਹੀਂ ਸਨ ਮੰਨੇ। ਸੰਗਤ ਜੀ ਇਸੇ ਤਰ੍ਹਾਂ ਹੀ ਸੋ ਕਹਿੰਦੇ ਨੇ, ਜਿਹੜੇ ਘਰ ਦੇ ਪੂਜਨੀਕ ਦੇਵਤੇ ਸੀ ਉਹਨਾਂ ਦੀ ਵੀ ਇਹਨਾਂ ਨੇ ਵਿਚਾਰਧਾਰਾ ਨੂੰ ਨਹੀਂ ਅਪਣਾਇਆ, ਤੇ ਆਪਣੇ ਪਿਤਾ ਦੀ ਰਾਜਨੀਤੀ ਨੂੰ ਵੀ ਨਹੀਂ ਸੁਣਿਆ। ਕੀ ਕੀਤਾ? ਗੁਰ ਕੋ ਸ਼ਬਦ ਲਿਓ। ਜਿਹੜਾ ਨਾਰਦ ਮੁਨੀ ਨੇ, ਕਿਉਂਕਿ ਪ੍ਰਹਲਾਦ ਦਾ ਜਿਹੜਾ ਗੁਰੂ ਹੈ ਨਾ ਜੀ, ਉਹ ਨਾਰਦ ਮੁਨੀ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਨਾਰਦ ਮੁਨ ਉਪਦੇਸਿਆ। ਨਾਰਦ ਮੁਨੀ ਨੇ ਹੀ ਭਗਤ ਪ੍ਰਹਲਾਦ ਜੀ ਨੂੰ ਉਪਦੇਸ਼ ਦਿੱਤਾ ਹੈ। ਤੇ ਗੁਰ ਕੋ ਸ਼ਬਦ ਲਿਓ,
ਨਾਰਦ ਮੁਨੀ ਦੇ ਪਾਵਨ ਉਪਦੇਸ਼ ਨੂੰ ਲਿਓ ਗ੍ਰਹਿਣ ਕੀਤਾ। ਕਹਿਤ ਕਬੀਰ ਸਗਲ ਪਾਪ ਖੰਡਨ। ਭਗਤ ਕਬੀਰ ਸਾਹਿਬ ਜੀ ਕਹਿਤ ਕਥਨ ਕਰਦੇ ਨੇ, ਸਾਰੇ ਪਾਪਾਂ ਨੂੰ ਖੰਡਨ ਕਰਨ ਵਾਲਾ, ਨਾਸ਼ ਕਰਨ ਵਾਲਾ ਜੋ ਪਰਮਾਤਮਾ ਹੈ। ਸੰਤਾ ਲੈ ਉਧਰਿਓ। ਸੰਤਾ ਲੈ ਉਧਰਿਓ, ਉਹ ਸੰਤਾਂ ਨੂੰ ਲੈ ਕੇ ਤੇ ਇਸ ਮਾਤ ਲੋਕ ਤੋਂ ਉਹਨਾਂ ਦਾ ਉਧਾਰ ਕਰ ਦਿੰਦਾ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਦੀ ਰਾਖੀ ਕੀਤੀ, ਇਸੇ ਤਰ੍ਹਾਂ ਹੋਰ ਵੀ ਸੰਤਾਂ ਦੀ ਉਹਨੇ ਰਾਖੀ ਕੀਤੀ ਹੈ, ਸੰਸਾਰ ਸਮੁੰਦਰ ਤੋਂ ਪਾਰ ਕੀਤਾ ਹੈ। ਇਸ ਕਰਕੇ ਮਾਤਾ ਜੀ ਮੈਂ ਤਾਂ ਹੁਣ ਉਹਦੇ ਨਾਲ ਹੀ ਜੁੜਿਆ ਹਾਂ, ਤੇ ਤੂੰ ਬੱਚਿਆਂ ਦਾ ਫਿਕਰ ਨਾ ਕਰਿਆ ਕਰ। ਹਮਰਾ ਇਨਕਾ ਦਾਤਾ ਏਕ ਰਘੁਰਾਈ, ਸਾਡਾ ਤੇ ਇਹਨਾਂ ਬੱਚਿਆਂ ਦਾ ਦਾਤਾ ਦੇਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਹੈ। ਮਾਤਾ ਉਹਨੂੰ ਫਿਕਰ ਹੈ, ਤੂੰ ਫਿਕਰ ਨਾ ਕਰਿਆ ਕਰ। ਇਹ ਲੜੀਵਾਰ ਪਾਵਨ ਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਸੰਗਤ ਜੀ ਇਹਦੇ ਅੰਤਰੀ ਅਰਥ ਵਿਦਵਾਨਾਂ ਨੇ ਹੋਰ ਵੀ ਕੀਤੇ ਨੇ, ਪਰ ਸਮੇਂ ਦੀ ਘਾਟ ਹੋਣ ਕਰਕੇ ਆਪਾਂ ਉਹ ਅਰਥ ਤੇ ਨਹੀਂ ਦਰਸਾ ਰਹੇ। ਸਤਿਗੁਰੂ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਏਕ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਇਟੇ ਜੋ ਕੀਨੇ ਸੋ ਲਾਭ। ਥੋੜੇ ਤੋਂ ਥੋੜਾ ਸਮਾਂ, ਬਹੁਤੇ ਤੋਂ ਬਹੁਤਾ ਸਮਾਂ ਗੁਰੂ ਕੀ ਬਾਣੀ ਨਾਲ, ਸਿਮਰਨ ਭਜਨ ਨਾਲ ਜ਼ਰੂਰ ਜੁੜਿਆ ਕਰੋ। ਸਤਿਗੁਰੂ ਜੀ ਦਾ ਕੁਟਾਨ ਕੋਟ ਸ਼ੁਕਰ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਕਰ ਕੇ ਦੇਵ ਪਿਤਰ ਕੀ ਛੋਡੀ, ਗੁਰ ਕੋ ਸ਼ਬਦ ਲਾਇਓ। ਕਹਿਤ ਕਬੀਰ ਸਗਲ ਪਾਪ ਖੰਡਨ, ਸੰਤਾ ਲੈ ਲੈ ਉਧਰਿਓ। ਵਾਹਿਗੁਰੂ ਜੀ ਕਾ ਖਾਲਸਾ।